ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ। ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ ਪੀਐਸਟੈਟ, ਸੀਟੈਟ, ਮਾਸਟਰ ਕੈਡਰ ਅਤੇ ਐਨਟੀਟੀ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਅੱਜ ਦੇ ਸੈਸ਼ਨ ਦੇ ਵਿੱਚ ਪੋਲੀਟੀਕਲ ਸਾਇੰਸ ਦਾ ਜਿਹੜਾ ਯਾਨੀ ਕਿ ਸਵਿਕਸ ਵਾਲਾ ਪਾਰਟ ਜਿਹੜਾ ਹੈ ਉਹ ਥਰਡ ਡਿਸਕਸ ਕਰਾਂਗੇ। ਸੋ 50 ਜਿਹੜੇ MCQ ਰਹਿਣਗੇ। ਇਸ ਤੋਂ ਪਹਿਲਾਂ 2 ਪਾਰਟ ਕੰਪਲੀਟ ਹੋ ਚੁੱਕੇ ਨੇ, ਉਹ ਦੋਨੋਂ ਹੀ ਤੁਹਾਨੂੰ ਆਈ ਬਟਨ ਦੇ ਵਿੱਚ ਮਿਲ ਜਾਣਗੇ। ਸੋ ਉੱਥੋਂ ਜਾ ਕੇ ਤੁਸੀਂ ਦੇਖ ਸਕਦੇ ਹੈਗੇ ਹੋ। ਓਕੇ, ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਹੈ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਹੈ, ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ ਇੱਕ ਚੀਜ਼ ਧਿਆਨ 'ਚ ਰੱਖਣਾ ਕਿ ਸਾਰੇ ਹੀ ਕੁਐਸਚਨ ਜਿਹੜੇ ਉਹ ਇੰਪੋਰਟੈਂਟ ਨੇ। ਕੋਈ ਵੀ ਕੁਐਸਚਨ ਅਜਿਹਾ ਨਹੀਂ ਹੈ ਜੋ ਫालतू ਹੋਵੇਗਾ। ਸੋ ਇਸ ਲਈ ਬੜੇ ਧਿਆਨ ਦੇ ਨਾਲ ਸਾਰੀ ਵੀਡੀਓ ਜਿਹੜੀ ਦੇਖਿਆ ਕਰੋ ਤਾਂ ਕਿ ਤੁਸੀਂ ਹਰ ਇੱਕ ਕੁਐਸਚਨ ਨੂੰ ਜਿਹੜਾ ਅੰਡਰਸਟੈਂਡ ਕਰ ਸਕੋ, ਕਿਉਂਕਿ ਥੋੜ੍ਹੀ ਬਹੁਤੀ ਨਾਲ ਉਹਦੀ ਐਕਸਪਲੇਨੇਸ਼ਨ ਵੀ ਹੁੰਦੀ ਹੈ। ਟਾਈਮ ਘੱਟ ਹੈ ਇਸ ਕਰਕੇ ਐਕਸਪਲੇਨੇਸ਼ਨ ਜ਼ਿਆਦਾ ਨਹੀਂ ਕਰ ਪਾਉਂਦੇ, ਬਟ ਜਿੰਨੀ ਹੁੰਦੀ ਹੈ ਉਹ ਕੋਸ਼ਿਸ਼ ਜ਼ਰੂਰ ਕੀਤੀ ਜਾਂਦੀ ਹੈ। ਓਕੇ ਜੀ, ਸੋ ਅੱਜ ਦਾ ਫਸਟ ਕੁਐਸਚਨ ਹੈ ਜੀ, ਲੋਕ ਸਭਾ ਦਾ ਆਮ ਕੋਰਮ ਜਿਹੜਾ ਹੈ ਉਹ ਕਿੰਨਾ ਹੁੰਦਾ ਹੈ। ਕੋਰਮ ਤੋਂ ਭਾਵ ਹੈ ਕਿ ਜਿਹੜੀਆਂ ਲੋਕ ਸਭਾ ਦੀਆਂ ਬੈਠਕਾਂ ਹੁੰਦੀਆਂ ਨੇ ਉਹਦੇ ਲਈ ਕਿੰਨੇ ਮੈਂਬਰਾਂ ਦਾ ਹੋਣਾ ਜ਼ਰੂਰੀ ਹੁੰਦਾ ਹੈ। ਸੋ ਆਮ ਕੋਰਮ ਦੀ ਗੱਲ ਕੀਤੀ ਗਈ ਹੈ, ਸਧਾਰਨ ਦੀ। ਓਕੇ, ਤਾਂ ਕੁੱਲ ਮੈਂਬਰਾਂ ਦਾ 10ਵਾਂ ਹਿੱਸਾ ਹੁੰਦਾ ਹੈ। ਮੀਨਸ ਕਿ 1/10 ਮੈਂਬਰ ਜਿਹੜੇ ਆ ਉਹ ਬੈਠਕਾਂ ਦੇ ਲਈ ਜ਼ਰੂਰੀ ਹੈ। ਜੇਕਰ 1/10 ਮੈਂਬਰ ਸ਼ਾਮਲ ਨਹੀਂ ਹੁੰਦੇ ਤਾਂ ਲੋਕ ਸਭਾ ਦਾ ਜਿਹੜੀ ਬੈਠਕ ਹੈ ਉਹ ਸ਼ੁਰੂ ਨਹੀਂ ਕੀਤੀ ਜਾ ਸਕਦੀ। ਓਕੇ, ਸੋ ਇਹ ਆਮ ਕੁਰਮ ਹੈ। ਅਗਰ ਗੱਲ ਹੁੰਦੀ ਹੈ ਕਿ ਜੇਕਰ ਕੋਈ ਬਿੱਲ ਪਾਸ ਹੋ ਜਾਂਦਾ ਹੈ ਅਤੇ ਬਿੱਲ ਸੰਬੰਧੀ ਕੋਈ ਅਨੁਮਤੀ ਦੇਣੀ ਹੈ, ਚਾਹੇ ਉਹ ਧਨ ਬਿੱਲ ਹੈ ਅਤੇ ਚਾਹੇ ਕੋਈ ਸਧਾਰਨ ਬਿੱਲ ਹੈ, ਤਾਂ ਉਹਦੇ ਲਈ ਕੋਰਮ ਜਿਹੜਾ ਹੈ ਉਹ ਜ਼ਰੂਰੀ ਹੁੰਦਾ ਹੈ 2/3, ਯਾਨੀ ਕਿ 2/3 ਬਹੁਮਤ ਮਿਲਣਾ ਜ਼ਰੂਰੀ ਹੈ। ਫਿਰ ਹੀ ਕੋਈ ਬਿੱਲ ਜਿਹੜਾ ਹੈ ਉਹ ਪਾਸ ਹੋ ਸਕਦਾ ਹੈ। ਜੇਕਰ ਇੰਨਾ ਬਹੁਮਤ ਨਹੀਂ ਮਿਲਦਾ ਤਾਂ ਉਸ ਬਿੱਲ ਨੂੰ ਪ੍ਰਮਾਣਤਾ ਨਹੀਂ ਦਿੱਤੀ ਜਾਊਗੀ। ਇਹ ਆਮ ਕੁਰਮ ਹੈ, ਬੈਠਕਾਂ ਦੇ ਲਈ ਹੈ, ਬਟ 2/3 ਜਿਹੜਾ ਹੈ ਇਹ ਹੈ ਬਿੱਲ ਨੂੰ ਪਾਸ ਕਰਨ ਲਈ। ਸੋ ਇਹਨਾਂ ਦੋਨਾਂ ਦੇ ਵਿੱਚ ਕਈ ਵਾਰ ਕਨਫਿਊਜ਼ਨ ਹੋ ਜਾਂਦੀ ਹੈ, ਕਿਉਂਕਿ ਜਦੋਂ ਦੋਨੋਂ ਆਪਸ਼ਨ ਆ ਜਾਂਦੀਆਂ ਤਾਂ ਸਾਨੂੰ ਇਹਦੇ ਵਿੱਚ ਕਨਫਿਊਜ਼ਨ ਹੁੰਦੀ ਹੈ। ਇਸ ਕਰਕੇ ਇਸ ਨੂੰ ਯਾਦ ਰੱਖਣਾ। ਆਮ ਕੁਰਮ ਬੈਠਕਾਂ ਦੇ ਲਈ ਸ਼ੁਰੂਆਤ ਦੇ ਲਈ 1/10 ਅਤੇ ਬਿੱਲ ਨੂੰ ਪਾਸ ਕਰਨ ਦੇ ਲਈ 2/3 ਮੈਂਬਰ ਜਿਹੜੇ ਹੈ ਉਹ ਜ਼ਰੂਰੀ ਹੈਗੇ ਨੇ। ਨੈਕਸਟ ਕੁਐਸਚਨ ਹੈ, ਸੰਵਿਧਾਨ ਦਾ ਨਿਰਮਾਣ ਕਰਦੇ ਸਮੇਂ ਇਸ ਵਿੱਚ ਕਿੰਨੀਆਂ ਅਨੁਸੂਚੀਆਂ ਸੀ ਸ਼ਾਮਲ ਸਨ। ਜਦੋਂ ਸੰਵਿਧਾਨ ਨੂੰ ਕ੍ਰੀਏਟ ਕੀਤਾ ਗਿਆ ਤਾਂ ਉਸ ਦੇ ਵਿੱਚ ਉਸ ਸਮੇਂ ਕਿੰਨੀਆਂ ਅਨੁਸੂਚੀਆਂ ਸ਼ਾਮਲ ਸੀਗੀਆਂ। ਸੋ ਉਸ ਸਮੇਂ ਇਹਦੇ ਵਿੱਚ 8 ਅਨੁਸੂਚੀਆਂ ਸੀਗੀਆਂ ਅਤੇ ਵਰਤਮਾਨ ਸਮੇਂ ਇਹਨਾਂ ਦੀ ਸੰਖਿਆ ਵੱਧ ਕੇ 12 ਹੋ ਚੁੱਕੀ ਹੈ। ਇਹ ਪ੍ਰੈਜ਼ੈਂਟ ਦੇ ਵਿੱਚ ਹੁਣ 12 ਨੇ ਬਈ, ਧਿਆਨ ਰੱਖਣਾ। ਓਕੇ, ਆਰਟੀਕਲ ਜਿਹੜੇ ਆ ਉਹ 470 ਹੋ ਚੁੱਕੇ ਹੈਗੇ ਨੇਗੇ। ਠੀਕ ਹੈ, ਜਿਹੜੇ ਪਾਰਟ ਸੀਗੇ ਇਹ 25 ਹੋ ਚੁੱਕੇ ਨੇ, 25 ਹੋ ਚੁੱਕੇ ਨੇਗੇ। ਨੈਕਸਟ ਹੈ, ਵਰਤਮਾਨ ਸਮੇਂ ਕੇਂਦਰੀ ਸੂਚੀ ਵਿੱਚ ਕਿੰਨੇ ਵਿਸ਼ੇ ਸ਼ਾਮਲ ਨੇ, ਜਿਹਨੂੰ ਅਸੀਂ ਯੂਨੀਅਨ ਲਿਸਟ ਕਹਿੰਦੇ ਹੈਗੇ ਆਂਗੇ। ਠੀਕ ਹੈ, ਯਾਨੀ ਕਿ 3 ਭਾਗ ਹੈਗੇ ਆ, ਯੂਨੀਅਨ ਲਿਸਟ, ਸਟੇਟ ਲਿਸਟ ਅਤੇ ਕੰਕਰੀਟ ਲਿਸਟ। ਇਹਨਾਂ ਤਿੰਨਾਂ ਦੇ ਵਿੱਚ ਜਿਹੜੀਆਂ ਵੰਡ ਕੀਤੀ ਗਈ ਹੈ ਕੰਮਾਂ ਨੂੰ ਲੈ ਕੇ। ਸੋ ਵਰਤਮਾਨ ਸਮੇਂ ਜਿਹੜੀ ਕੇਂਦਰ ਸੂਚੀ ਹੈ, ਯੂਨੀਅਨ ਲਿਸਟ ਜਿਹੜੀ ਹੈ ਉਹਦੇ ਕਿੰਨੇ ਵਿਸ਼ੇ ਨੇ। ਸੋ ਮਕਾਲੇ ਦੇ ਵਿੱਚ ਦੱਸਿਆ ਸੀ ਤੁਹਾਨੂੰ ਕਿ 97 ਵਿਸ਼ੇ ਸੀਗੇ। ਠੀਕ ਹੈ, ਔਰ ਕਿਸੇ ਨੇ ਜਿਹੜਾ ਹੈ ਕਮੈਂਟ ਵੀ ਕੀਤਾ ਸੀ ਕਿ ਇਹ ਰੋਂਗ ਹੈ। ਸੋ ਉਹਦਾ ਮੈਂ ਤੁਹਾਨੂੰ ਪਹਿਲਾਂ ਉਸ ਦੇ ਵਿੱਚ ਮੈਂਸ਼ਨ ਕੀਤਾ ਸੀ ਕਿ ਨੈਕਸਟ ਕੁਐਸਚਨ ਪਾਵਾਂਗਾ ਵਰਤਮਾਨ ਸਮੇਂ ਵਾਲਾ। ਸੋ ਜਦੋਂ ਸਾਡਾ ਕੌਨਸਟੀਟਿਊਸ਼ਨ ਬਣਾਇਆ ਗਿਆ ਸੀ ਉਸ ਸਮੇਂ ਦੇ ਵਿੱਚ 97 ਵਿਸ਼ੇ ਸੀ। ਵਰਤਮਾਨ ਸਮੇਂ ਇਸ ਦੇ ਵਿੱਚ 100 ਵਿਸ਼ਾ ਜਿਹੜਾ ਹੈ ਉਹ ਸ਼ਾਮਲ ਹੋ ਚੁੱਕਿਆ ਹੈ, ਯਾਨੀ ਕਿ 100 ਵਿਸ਼ਿਆਂ ਦੇ ਉੱਪਰ ਕਾਨੂੰਨ ਬਣਾਉਣ ਦੀ ਜਿਹੜੀ ਸ਼ਕਤੀ ਹੈ ਉਹ ਕੇਂਦਰ ਸੂਚੀ ਦੇ ਵਿੱਚ ਹੈ। ਠੀਕ ਹੈ, 3 ਸੂਚੀਆਂ ਨੇ, ਇੱਕ ਕੇਂਦਰ ਸੂਚੀ ਜਿਸ ਦੇ ਉੱਪਰ ਜਾਂ ਯੂਨੀਅਨ ਲਿਸਟ ਜਿਹਨੂੰ ਆਪਾਂ ਕਹਿੰਦੇ ਇੰਗਲਿਸ਼ ਦੇ ਵਿੱਚ, ਸੋ ਇਹਦੇ ਉੱਪਰ ਜਿਹੜਾ ਕਾਨੂੰਨ ਬਣਾਉਣ ਦੀ ਸ਼ਕਤੀ ਹੈ ਉਹ ਕੇਂਦਰ ਕੋਲੇ ਹੁੰਦੀ ਹੈ। ਦੂਸਰਾ ਹੁੰਦਾ ਹੈ ਸਟੇਟ ਲਿਸਟ ਜਾਂ ਰਾਜ ਸੂਚੀ, ਉਹਦੇ ਵਿੱਚ ਕਾਨੂੰਨ ਬਣਾਉਂਦੀ ਹੈਗੀ ਰਾਜ ਸਰਕਾਰ। ਅਤੇ ਤੀਸਰਾ ਵਿਸ਼ਾ ਜਿਹੜਾ ਹੁੰਦਾ ਹੈ ਉਹ ਕੰਕਰੀਟ ਹੁੰਦਾ ਹੈ, ਜਿਹਨੂੰ ਸੰਵਰਤੀ ਸੂਚੀ ਕਿਹਾ ਜਾਂਦਾ ਹੈ। ਉਹਦੇ ਉੱਪਰ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੋਨੋਂ ਮਿਲ ਕੇ ਕਾਨੂੰਨ ਬਣਾ ਸਕਦੀਆਂ ਹੁੰਦੀਆਂ ਨੇ। ਨੈਕਸਟ ਹੈ, ਕੇਂਦਰੀ ਹਿੰਦੀ ਸਮਿਤੀ ਦਾ ਚੇਅਰਮੈਨ ਕੌਣ ਹੁੰਦਾ ਹੈ। ਸੈਂਟਰਲ ਹਿੰਦੀ ਸਮਿਤੀ ਜਿਹੜੀ ਹੈ ਇਹਦਾ ਚੇਅਰਮੈਨ ਕੌਣ ਹੁੰਦਾ ਹੈ। ਸੋ ਇਹਦਾ ਚੇਅਰਮੈਨ ਹੁੰਦਾ ਜੀ ਪ੍ਰਧਾਨ ਮੰਤਰੀ ਦੇਸ਼ ਦਾ। ਠੀਕ ਹੈ, ਸੋ ਵਰਤਮਾਨ ਸਮੇਂ ਇਸ ਦਾ ਪ੍ਰਧਾਨ ਹੈ ਨਰਿੰਦਰ ਮੋਦੀ ਜੀ। ਨੈਕਸਟ ਹੈ, ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਦੇ ਵਿੱਚ ਨਗਰ ਪਾਲਿਕਾਵਾਂ ਦਾ ਵਰਣਨ ਕੀਤਾ ਗਿਆ ਹੈ।
ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਦੇ ਵਿੱਚ ਮਿਊਨਿਸਪੈਲਿਟੀਜ਼ ਨਗਰਪਾਲਿਕਾ ਦਾ ਵਰਣਨ ਮਿਲਦਾ ਹੈ? ਰਾਈਟ ਇਸ ਦਾ ਆਨਸਰ ਭਾਗ 9A। ਭਾਗ 9A ਜਿਹੜਾ ਹੈ ਇਹ ਸੰਬੰਧਿਤ ਹੈ ਜੀ ਨਗਰਪਾਲਿਕਾਵਾਂ ਦੇ ਨਾਲ ਸੰਬੰਧਿਤ, ਮਿਊਨਿਸਪੈਲਿਟੀ ਦੇ ਨਾਲ ਸੰਬੰਧਿਤ ਹੈ। ਨੈਕਸਟ ਕੁਐਸਚਨ ਹੈ ਜੀ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦਾ ਵਿਚਾਰ ਕਿਸ ਦੁਆਰਾ ਪੇਸ਼ ਕੀਤਾ ਗਿਆ ਸੀ? ਭਾਰਤੀ ਸੰਵਿਧਾਨ ਦੀ ਪ੍ਰਿੰਬਲ ਦਾ ਵਿਚਾਰ ਕਿਸ ਦੇ ਦੁਆਰਾ ਪੇਸ਼ ਕੀਤਾ ਗਿਆ ਸੀ? ਸੋ ਪੰਡਿਤ ਜਵਾਹਰ ਲਾਲ ਨਹਿਰੂ ਦੇ ਦੁਆਰਾ ਪੇਸ਼ ਕੀਤਾ ਗਿਆ ਸੀ, ਸੋ ਜਿਸ ਨੂੰ ਨਹਿਰੂ ਰਿਪੋਰਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਅਤੇ ਇਹ ਰਿਪੋਰਟ 1928 ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਹੈ ਉਹ ਪੇਸ਼ ਕੀਤੀ ਗਈ ਸੀਗੀ। ਨੈਕਸਟ ਕੁਐਸਚਨ ਹੈ, ਸੁਤੰਤਰ ਭਾਰਤ ਦੀ ਪਹਿਲੀ ਰਾਜ ਸਭਾ ਦਾ ਪ੍ਰਧਾਨ ਕੌਣ ਸੀ? ਇਹਦੇ ਵਿੱਚ ਕੱਲ ਥੋੜੀ ਜਿਹੀ ਕਨਫਿਊਜ਼ਨ ਰਹਿ ਗਈ ਸੀ, ਸੋ ਦੁਬਾਰਾ ਤੋਂ ਐਡ ਕੀਤਾ ਹੈ ਕੁਐਸਚਨ। ਸੁਤੰਤਰ ਭਾਰਤ ਦੀ ਪਹਿਲੀ ਰਾਜ ਸਭਾ, ਠੀਕ ਹੈ, ਯਾਨੀ ਕਿ ਅਪਰ ਚੈਂਬਰ ਜਿਹੜਾ ਹੈ ਉਹਦਾ ਪ੍ਰਧਾਨ ਕੌਣ ਸੀਗਾ ਪਹਿਲਾਂ? ਸੋ ਇਸ ਦਾ ਚੇਅਰਮੈਨ ਸੀਗਾ ਜਾਂ ਪ੍ਰਧਾਨ ਸੀ ਡਾਕਟਰ ਐਸ ਰਾਧਾ ਕ੍ਰਿਸ਼ਨਾ। ਡਾਕਟਰ ਐਸ ਰਾਧਾ ਕ੍ਰਿਸ਼ਨਾ ਜਿਹੜਾ ਹੈ ਭਾਰਤ ਦੀ ਰਾਜ ਸਭਾ ਦਾ ਚੇਅਰਮੈਨ ਸੀਗਾ, ਜਿਹਨੂੰ ਪ੍ਰਧਾਨ ਕਿਹਾ ਜਾਂਦਾ ਹੈ। ਓਕੇ, ਇੱਕ ਚੀਜ਼ ਹੋਰ ਧਿਆਨ ਰੱਖਣਾ ਕਿ ਜਿਹੜਾ ਉਪ ਰਾਸ਼ਟਰਪਤੀ ਹੁੰਦਾ ਹੈ, ਸੋ ਉਹੀ ਭਾਰਤ ਦੀ ਰਾਜ ਸਭਾ ਦਾ ਚੇਅਰਮੈਨ ਹੁੰਦਾ ਹੈਗਾ, ਠੀਕ ਹੈ। ਅਤੇ ਇਸ ਨੂੰ ਉਪ ਰਾਸ਼ਟਰਪਤੀ ਦੀ ਜਿਹੜੀ ਹੈ ਕੋਈ ਤਨਖਾਹ ਨਹੀਂ ਦਿੰਦੀ, ਇਹ ਤਨਖਾਹ ਜਿਹੜੀ ਹੁੰਦੀ ਹੈ ਇਸ ਨੂੰ ਚੇਅਰਮੈਨ ਦੀ ਦਿੱਤੀ ਜਾਂਦੀ ਹੈ ਕਿ ਨੈਕਸਟ ਹੈ, ਸੰਵਿਧਾਨ ਨਿਰਮਾਣ ਦੇ ਲਈ ਸੰਵਿਧਾਨਿਕ ਸਭਾ ਬਣਾਉਣ ਦਾ ਪ੍ਰਸਤਾਵ ਕਿਸ ਨੇ ਪੇਸ਼ ਕੀਤਾ? ਅਗਰ ਪੁੱਛਿਆ ਜਾਂਦਾ ਹੈ ਪ੍ਰਸਤਾਵਨਾ ਦਾ ਕਿਸ ਨੇ ਵਿਚਾਰ ਦਿੱਤਾ, ਇਹ ਪੰਡਿਤ ਜਵਾਹਰ ਲਾਲ ਨਹਿਰੂ ਹੈ। ਅਗਰ ਪੁੱਛਿਆ ਜਾਂਦਾ ਹੈ ਸੰਵਿਧਾਨਿਕ ਸਭਾ ਬਣਾਉਣ ਦਾ, ਸੰਵਿਧਾਨ ਨਿਰਮਾਣ ਕਰਨ ਦੇ ਲਈ ਸੰਵਿਧਾਨਿਕ ਸਭਾ, ਜਿਹਨੂੰ ਸੰਵਿਧਾਨ ਕੌਂਸਟੀਟਿਊਸ਼ਨਲ ਅਸੈਂਬਲੀ ਕਿਹਾ ਜਾਂਦਾ ਹੈ, ਇਹ ਬਣਾਉਣ ਦਾ ਜਿਹੜਾ ਪ੍ਰਸਤਾਵ ਹੈ ਉਹ ਕਿਸ ਨੇ ਪੇਸ਼ ਕੀਤਾ ਸੀ? ਤਾਂ ਇਹਦੇ ਵਿੱਚ ਆਉਂਦਾ ਹੈ ਨਾਮ MN ਰਾਏ। ਇਹ ਵਿਅਕਤੀ ਨੇ ਜਿਹੜਾ ਹੈ ਸੁਝਾਅ ਦਿੱਤਾ ਸੀ ਜਾਂ ਪੇਸ਼ ਕੀਤਾ ਸੀ ਵਿਚਾਰ ਕਿ ਸੰਵਿਧਾਨ ਨੂੰ ਬਣਾਉਣ ਦੇ ਲਈ ਇੱਕ ਸੰਵਿਧਾਨ ਸਭਾ ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਬਾਅਦ ਦੇ ਵਿੱਚ 399 ਮੈਂਬਰ ਸ਼ਾਮਲ ਹੋ ਗਏ ਸੀਗੇ। ਨੈਕਸਟ ਹੈ, ਸਥਾਨਕ ਸਰਕਾਰ, ਲੋਕਲ ਗੌਰਮੈਂਟ ਜਿਹੜੀ ਹੈ ਉਹਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ? ਸਭ ਤੋਂ ਛੋਟੀ ਇਕਾਈ ਹੈ ਜੀ ਗ੍ਰਾਮ ਪੰਚਾਇਤ। ਗ੍ਰਾਮ ਪੰਚਾਇਤ ਜਿਹੜੀ ਹੈ ਲੋਕਲ ਗੌਰਮੈਂਟ ਦੀ ਜਾਂ ਸਥਾਨਕ ਸਰਕਾਰ ਦੀ ਸਭ ਤੋਂ ਛੋਟੀ ਇਕਾਈ ਮੰਨੀ ਜਾਂਦੀ ਹੈ। ਨੈਕਸਟ ਕੁਐਸਚਨ ਹੈ, ਲੋਕ ਸਭਾ ਦਾ ਕਿਹੜਾ ਸਪੀਕਰ ਬਾਅਦ ਦੇ ਵਿੱਚ ਭਾਰਤ ਦਾ ਰਾਸ਼ਟਰਪਤੀ ਬਣਿਆ? ਲੋਕ ਸਭਾ ਦਾ ਕਿਹੜਾ ਸਪੀਕਰ ਬਾਅਦ ਦੇ ਵਿੱਚ ਭਾਰਤ ਦਾ ਰਾਸ਼ਟਰਪਤੀ ਬਣਿਆ? ਸੋ ਰਾਈਟ ਹੈ ਇਸਦਾ ਆਨਸਰ ਨੀਲਮ ਸੰਜੀਵਾ ਰੈਡੀ। ਸੋ ਇਹ ਪਹਿਲਾਂ ਲੋਕ ਸਭਾ ਦਾ ਸਪੀਕਰ ਸੀ ਅਤੇ ਬਾਅਦ ਦੇ ਵਿੱਚ ਇਸ ਨੂੰ ਨੀਲਮ ਸੰਜੀਵਾ ਰੈਡੀ ਨੂੰ ਭਾਰਤ ਦਾ ਰਾਸ਼ਟਰਪਤੀ ਜਿਹੜਾ ਹੈ ਉਹ ਬਣਾਇਆ ਗਿਆ ਸੀ। ਨੈਕਸਟ ਹੈ 1962 ਦੇ ਭਾਰਤ ਚੀਨ ਯੁੱਧ ਦੇ ਸਮੇਂ 1962 ਦੇ ਭਾਰਤ ਚੀਨ ਯੁੱਧ ਦੇ ਸਮੇਂ ਦੇਸ਼ ਦਾ ਰਾਸ਼ਟਰਪਤੀ ਕੌਣ ਸੀਗਾ ਜੀ? ਸੋ ਉਸ ਸਮੇਂ ਰਾਸ਼ਟਰਪਤੀ ਸੀ ਜੀ ਡਾਕਟਰ ਐਸ ਰਾਧਾ ਕ੍ਰਿਸ਼ਨਾ 1962 ਦੇ ਵਿੱਚ, ਠੀਕ ਹੈ ਜੀ। 1962 ਦੇ ਵਿੱਚ ਰਾਸ਼ਟਰਪਤੀ ਸੀਗਾ ਡਾਕਟਰ ਐਸ ਰਾਧਾ ਕ੍ਰਿਸ਼ਨਾ। ਨੈਕਸਟ ਕੁਐਸਚਨ ਹੈ ਜੀ, ਰਾਜ ਪੁਨਰਗਠਨ ਕਾਨੂੰਨ ਕਦੋਂ ਪਾਸ ਹੋਇਆ? ਰੀਆਰਗਨਾਈਜੇਸ਼ਨ, ਠੀਕ ਹੈ, ਜਿਹੜਾ ਕਿ ਰੀਆਰਗਨਾਈਜੇਸ਼ਨ ਐਕਟ 1956 ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਸੋ ਹੀ ਹੈ ਰਾਜ ਪੁਨਰਗਠਨ, ਠੀਕ ਹੈ। ਸੋ ਇਹਦੇ ਅਧੀਨ ਜਿਹੜਾ ਹੈ ਰਾਜ ਬਣਾਉਣੇ ਸ਼ੁਰੂ ਕੀਤੇ ਗਏ ਸੀਗੇ। ਰਾਜ ਪੁਨਰਗਠਨ ਕਾਨੂੰਨ ਜਿਹੜਾ ਕਿ ਰੀਆਰਗਨਾਈਜੇਸ਼ਨ ਐਕਟ 1956 ਦੇ ਨਾਮ ਨਾਲ ਫੇਮਸ ਹੈ, ਬਹੁਤ ਜ਼ਿਆਦਾ ਜਿਹੜਾ ਇਹ ਇੰਪੋਰਟੈਂਟ ਹੈ। ਔਰ ਇਸ ਦਾ ਜਿਹੜੀ ਕਹਿੰਦੇ ਆਰਗਨਾਈਜੇਸ਼ਨ ਕੀਤਾ ਸੀ ਉਹ ਸਰਦਾਰ ਵੱਲਭ ਭਾਈ ਪਟੇਲ ਦੇ ਦੁਆਰਾ ਕੀਤਾ ਗਿਆ ਸੀ। ਉਹਨੇ ਸਾਰੀਆਂ ਜਿਹੜੀਆਂ ਰਾਜ ਸੀਗੇ ਉਹਨਾਂ ਨੂੰ ਇਕੱਠੇ ਕੀਤਾ ਸੀਗਾ, ਠੀਕ ਹੈ, ਯਾਨੀ ਕਿ ਵੱਖ-ਵੱਖ ਰਾਜਾਂ ਨੂੰ ਜੋੜ ਕੇ ਇੱਕ ਭਾਰਤ ਦਾ ਨਿਰਮਾਣ ਕੀਤਾ ਗਿਆ ਸੀ 1956 ਦੇ ਆਧਾਰ ਦੇ ਉੱਪਰ। ਅਤੇ 1956 ਦੇ ਇਸ ਆਧਾਰ ਦਾ ਜਿਹੜਾ ਮੇਨ ਕੰਮ ਜਿਹੜਾ ਆਧਾਰ ਸੀਗਾ ਉਹ ਲੈਂਗੁਏਜ ਸੀਗਾ, ਯਾਨੀ ਕਿ ਲੈਂਗੁਏਜ ਦੇ ਆਧਾਰ ਦੇ ਉੱਪਰ ਰਾਜਾਂ ਦਾ ਪੁਨਰਗਠਨ ਕਰਨਾ। ਨੈਕਸਟ ਕੁਐਸਚਨ ਹੈ, ਕਿਹੜੇ ਮੁਕੱਦਮੇ ਦੁਆਰਾ ਇਹ ਗੱਲ ਨਿਸ਼ਚਿਤ ਹੋ ਗਈ ਕਿ ਪ੍ਰਸਤਾਵਨਾ ਵੀ ਸੰਵਿਧਾਨ ਦਾ ਹਿੱਸਾ ਹੈ? ਵੈਰੀ ਇੰਪੋਰਟੈਂਟ ਹੈ। ਕਿਹੜੇ ਮੁਕੱਦਮੇ ਦੁਆਰਾ ਇਹ ਗੱਲ ਨਿਸ਼ਚਿਤ ਹੋਈ ਕਿ ਜਿਹੜੀ ਪ੍ਰੈਂਬਲ ਹੈ ਇਹ ਵੀ ਸੰਵਿਧਾਨ ਦਾ ਹਿੱਸਾ ਹੈ? ਸੋ ਰਾਈਟ ਹੈ ਇਸਦਾ ਆਨਸਰ ਕੇਸ਼ਵਾਨੰਦ ਭਾਰਤੀ ਕੇਸ। ਇਸ ਕੇਸ ਰਾਹੀਂ ਇਹ ਨਿਰਧਾਰਿਤ ਹੋ ਗਿਆ ਸੀ ਜਿਹੜੀ ਸਾਡੀ ਪ੍ਰੈਂਬਲ ਹੈ, ਠੀਕ ਹੈ, ਜਿਹਦੇ ਲਈ ਅਸੀਂ ਵੈਸੇ ਤਾਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੀ ਹੈਲਪ ਨਹੀਂ ਲੈ ਸਕਦੇ, ਬਟ ਫਿਰ ਵੀ ਇਹ ਇੱਕ ਸੰਵਿਧਾਨ ਦਾ ਹਿੱਸਾ ਹੈ ਜਿਹੜਾ ਕਿ ਭੂਮਿਕਾ ਨਿਭਾਉਂਦਾ ਹੈ, ਭੂਮਿਕਾ ਵਾਲਾ ਪੇਜ ਹੁੰਦਾ ਹੈ। ਸੋ ਇਸ ਨਾਲ ਸੰਬੰਧਿਤ ਕੇਸ ਹੈ ਕੇਸ਼ਵਾਨੰਦ ਭਾਰਤੀ ਕੇਸ। ਨੈਕਸਟ ਹੈ, ਭਾਰਤ ਦੀਆਂ ਤਿੰਨਾਂ ਸੈਨਾਵਾਂ ਦਾ ਮੁਖੀ ਕੌਣ ਹੈ? ਭਾਰਤ ਦੀਆਂ ਤਿੰਨਾਂ ਸੈਨਾਵਾਂ ਦੇ ਵਿੱਚ ਮਤਲਬ ਹੈ ਵਾਯੂ ਸੈਨਾ, ਥਲ ਸੈਨਾ ਅਤੇ ਪਾਣੀ ਦੀ ਜਿਹੜੀ ਹੈਗੀ ਆ, ਠੀਕ ਹੈ, ਯਾਨੀ ਕਿ ਜਲ ਸੈਨਾ ਜਿਹੜੀ ਹੈ। ਇਹ ਤਿੰਨਾਂ ਤੋਂ ਜਿਹੜੀਆਂ ਤਿੰਨੇ ਸੈਨਾਵਾਂ ਨੇ, ਇਹਨਾਂ ਤਿੰਨਾਂ ਸੈਨਾਵਾਂ ਦਾ ਜਿਹੜਾ ਮੁਖੀ ਹੈ ਉਹ ਰਾਸ਼ਟਰਪਤੀ ਹੈ। ਅਤੇ ਵਰਤਮਾਨ ਸਮੇਂ ਰਾਮਨਾਥ ਕੋਵਿੰਦ ਜਿਹੜਾ ਹੈ ਉਹ ਰਾਸ਼ਟਰਪਤੀ ਹੈ, ਜੋ ਕਿ ਤਿੰਨਾਂ ਸੈਨਾਵਾਂ ਦਾ ਮੁਖੀ ਮੰਨਿਆ ਜਾਂਦਾ ਹੈ।
ਨੈਕਸਟ ਕੁਐਸਚਨ ਹੈ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਕਿੰਨੇ ਸਮੇਂ ਲਈ ਹੁੰਦੀ ਹੈ? ਤਾਂ ਅਮਰੀਕਾ ਦਾ ਜਿਹੜਾ ਰਾਸ਼ਟਰਪਤੀ ਹੈ ਚੁਣਨ ਤੋਂ ਬਾਅਦ 4 ਸਾਲਾਂ ਤੱਕ ਕਾਰਜਕਾਲ ਦੇ ਵਿੱਚ ਰਹਿੰਦਾ ਹੈ ਅਤੇ ਵੱਧ ਤੋਂ ਵੱਧ ਇੱਥੋਂ ਦਾ ਜਿਹੜਾ ਰਾਸ਼ਟਰਪਤੀ ਹੈ ਉਹ 2 ਵਾਰੀ ਹੀ ਬਣ ਸਕਦਾ ਹੈ। ਸਾਡੀ ਤਰ੍ਹਾਂ ਨਹੀਂ ਕਿ ਜਿੰਨੇ ਵਾਰੀ ਮਰਜ਼ੀ ਚਾਹੋ, ਇੱਥੇ ਸਿਰਫ 2 ਵਾਰੀ ਹੀ ਕੋਈ ਵਿਅਕਤੀ ਰਾਸ਼ਟਰਪਤੀ ਬਣ ਸਕਦਾ ਹੈ। ਠੀਕ ਹੈ, ਬਰਾਕ ਓਬਾਮਾ ਜਿਹੜਾ ਹੈ ਉਹ 2 ਵਾਰ ਬਣਿਆ ਸੀਗਾ ਇੱਥੇ ਰਾਸ਼ਟਰਪਤੀ, ਜੋ ਲਾਸਟ ਸੀਗਾ। ਓਕੇ ਜੀ 4 ਸਾਲਾਂ ਦਾ ਕਾਰਜਕਾਲ ਹੈ। ਅਗਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਰਾਸ਼ਟਰਪਤੀ ਦਾ ਕਾਰਜਕਾਲ ਹੁੰਦਾ ਹੈ 5 ਸਾਲ ਦਾ ਅਤੇ ਜਿੰਨੇ ਵਾਰ ਚਾਹੇ ਇਹ ਬਣ ਸਕਦਾ ਹੈ, ਕਿਉਂਕਿ ਸੰਵਿਧਾਨ ਦੇ ਵਿੱਚ ਕੋਈ ਮੈਂਸ਼ਨ ਨਹੀਂ ਕੀਤਾ ਕਿ 1 ਵਾਰੀ ਬਣੇਗਾ 2 ਵਾਰੀ ਬਣੇਗਾ। ਨੈਕਸਟ ਹੈ ਸੁਪਰੀਮ ਕੋਰਟ ਦੇ ਜੱਜਾਂ ਦੀ ਸੇਵਾ ਮੁਕਤੀ ਉਮਰ ਹੈ, ਯਾਨੀ ਕਿ ਰਿਟਾਇਰ ਹੋਣ ਦੀ ਉਮਰ ਕਿੰਨੀ ਹੈ ਸੁਪਰੀਮ ਕੋਰਟ ਦੀ? ਤਾਂ 65 ਸਾਲ ਦੀ ਉਮਰ ਦੇ ਵਿੱਚ ਜਿਹੜਾ ਹੈ ਸੁਪਰੀਮ ਕੋਰਟ ਦੇ ਜੱਜ ਰਿਟਾਇਰ ਹੋ ਜਾਂਦੇ ਹੈਗੇ ਨੇ। ਨੈਕਸਟ ਕੁਐਸਚਨ ਹੈ, ਸੋ ਇਹ ਕੁਐਸਚਨ ਕਾਫੀ ਇੰਪੋਰਟੈਂਟ ਨੇ ਦੋ, ਠੀਕ ਹੈ, ਇੱਕ ਸੁਪਰੀਮ ਕੋਰਟ ਵਾਲਾ ਅਤੇ ਇੱਕ ਹਾਈ ਕੋਰਟ ਵਾਲਾ। ਤਾਂ ਹਾਈ ਕੋਰਟ ਦੇ ਜਿਹੜਾ ਜੱਜ ਹੈ ਉਸ ਦੀ ਸੇਵਾ ਮੁਕਤੀ ਦੀ ਉਮਰ ਹੈ ਜੀ 62 ਸਾਲ। ਇਹ ਦੋਨੋਂ ਹੀ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਨੇਗੇ, ਇਸ ਨੂੰ ਪਲੀਜ਼ ਯਾਦ ਰੱਖਣਾ, ਠੀਕ ਹੈ, ਕਿਸੇ ਵੀ ਹਾਲਤ ਦੇ ਵਿੱਚ ਨਾ ਭੁੱਲਣਾ। ਸੁਪਰੀਮ ਕੋਰਟ ਦਾ 65 ਸਾਲ ਹੈ ਅਤੇ ਹਾਈ ਕੋਰਟ ਦਾ ਜਿਹੜਾ ਹੈ ਉਹ 62 ਸਾਲ ਹੈ। ਓਕੇ, ਸੋ ਵੈਸੇ ਤਾਂ ਈਜ਼ੀ ਨੇ, ਸਾਰਿਆਂ ਨੂੰ ਪਤਾ ਹੈ, ਬਟ ਫਿਰ ਵੀ ਤੁਸੀਂ ਇਸ ਨੂੰ ਜਿਹੜਾ ਹੈ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਹੈ। ਨੈਕਸਟ ਕੁਐਸਚਨ ਹੈ ਰਾਜ ਅਤੇ ਕੇਂਦਰਾਂ ਦੇ ਵਿਚਕਾਰ, ਰਾਜ ਅਤੇ ਕੇਂਦਰ ਦੇ ਵਿਚਕਾਰ ਸਬੰਧਾਂ ਅਤੇ ਸ਼ਕਤੀ ਦਾ ਸੰਤੁਲਨ ਦੇ ਲਈ ਕਿਹੜੇ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ 1983 ਦੇ ਵਿੱਚ? ਰਾਜ ਦੇ ਵਿੱਚ ਅਤੇ ਕੇਂਦਰਾਂ ਦੇ ਵਿਚਕਾਰ ਜਿਹੜੇ ਰਿਲੇਸ਼ਨ ਨੇ ਅਤੇ ਸ਼ਕਤੀ ਦਾ ਜਿਹੜਾ ਸੰਤੁਲਨ ਬਣਾਉਣ ਦੇ ਲਈ ਇੱਕ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ ਜੋ 1983 ਦੇ ਵਿੱਚ ਹੋਈ ਸੀ। ਇਸ ਕਮਿਸ਼ਨ ਦਾ ਨਾਮ ਸੀਗਾ, ਇਸ ਕਮਿਸ਼ਨ ਦਾ ਨਾਮ ਸੀ ਸਰਕਾਰੀਆ ਕਮਿਸ਼ਨ। ਸੋ ਇਸ ਨੂੰ 1983 ਦੇ ਵਿੱਚ ਜਿਹੜਾ ਹੈ ਸਥਾਪਿਤ ਕੀਤਾ ਗਿਆ ਸੀ, ਜਿਹਦਾ ਮੁੱਖ ਮੋਟਿਵ ਸੀਗਾ ਰਾਜ ਤੇ ਕੇਂਦਰ ਸਰਕਾਰ ਦੇ ਵਿਚਕਾਰ ਸਬੰਧਾਂ ਦੇ ਵਿੱਚ ਸੰਤੁਲਨ ਲੈ ਕੇ ਆਉਣਾ। ਨੈਕਸਟ ਕੁਐਸਚਨ ਹੈ ਸੂਚਨਾ ਅਧਿਕਾਰ, ਠੀਕ ਹੈ, ਰਾਈਟ ਟੂ ਇਨਫੋਰਮੇਸ਼ਨ ਜਿਹੜਾ ਹੈ ਇਹ ਕਾਨੂੰਨ ਕਦੋਂ ਪਾਸ ਹੋਇਆ? ਰਾਈਟ ਟੂ ਇਨਫੋਰਮੇਸ਼ਨ ਜਿਹੜਾ ਹੈ ਉਹ 2005 ਦੇ ਵਿੱਚ ਪਾਸ ਹੋਇਆ ਸੀ, ਜਿਹਦੇ ਅਧੀਨ ਭਾਰਤ ਦਾ ਕੋਈ ਵੀ ਨਾਗਰਿਕ ਕਿਸੇ ਵੀ ਚੀਜ਼ ਦੀ ਜਿਹੜੀ ਜਾਣਕਾਰੀ ਹੈ ਉਹ ਇਸ ਐਕਟ ਦੇ ਅਧੀਨ ਲੈ ਸਕਦਾ ਹੈ, ਜਿਹਨੂੰ ਅਸੀਂ ਰਾਈਟ ਟੂ ਇਨਫੋਰਮੇਸ਼ਨ ਕਹਿੰਦੇ ਹਾਂ। ਇੱਕ ਹੈ ਰਾਈਟ ਟੂ ਐਜੂਕੇਸ਼ਨ, ਇੱਕ ਹੈ ਰਾਈਟ ਟੂ ਇਨਫੋਰਮੇਸ਼ਨ, ਦੋਨਾਂ ਦੇ ਵਿੱਚ ਫਰਕ ਹੈ। ਨੈਕਸਟ ਹੈ ਕੇਂਦਰ ਸ਼ਾਸਿਤ ਦੇਸ਼ਾਂ ਦਾ ਮੁਖੀ ਕੌਣ ਹੁੰਦਾ ਹੈ? ਕੇਂਦਰ ਸ਼ਾਸਿਤ ਪ੍ਰਦੇਸ਼, ਠੀਕ ਹੈ, ਕੇਂਦਰ ਸ਼ਾਸਿਤ ਪ੍ਰਦੇਸ਼ ਜਿਹਨੂੰ ਯੂਨੀਅਨ ਟੈਰੀਟਰੀ ਕਿਹਾ ਜਾਂਦਾ ਹੈ, ਸੋ ਇਹਦਾ ਮੁਖੀ ਕੌਣ ਹੁੰਦਾ ਹੈ? ਸੋ ਲੈਫਟੀਨੈਂਟ ਗਵਰਨਰ, ਲੈਫਟੀਨੈਂਟ ਗਵਰਨਰ ਜਿਹੜਾ ਹੈ ਉਹ ਇਸ ਦਾ ਮੁਖੀ ਹੁੰਦਾ ਹੈ। ਅਗਰ ਗੱਲ ਕੀਤੀ ਜਾਂਦੀ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਉੱਪਰ ਸ਼ਾਸਨ ਕਿਸ ਦਾ ਹੁੰਦਾ ਹੈ, ਤਾਂ ਉਹ ਰਾਸ਼ਟਰਪਤੀ ਹੁੰਦਾ ਹੈ, ਪ੍ਰੈਜ਼ੀਡੈਂਟ ਹੁੰਦਾ ਹੈ, ਜੋ ਕਿ ਸਿੱਧੇ ਤੌਰ ਦੇ ਉੱਪਰ ਇਸ ਦੇ ਉੱਪਰ ਸ਼ਾਸਨ ਕਰਦਾ ਹੈ। ਓਕੇ, ਔਰ ਉਸ ਦੇ ਨੀਚੇ ਹੁੰਦਾ ਹੈ ਲੈਫਟੀਨੈਂਟ ਗਵਰਨਰ। ਨੈਕਸਟ ਹੈ ਜੀ ਰਾਜ ਵਿਧਾਨ ਸਭਾ ਦੇ ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ ਕਿੰਨੀ ਹੋ ਸਕਦੀ ਹੈ? ਰਾਜ ਵਿਧਾਨ ਸਭਾ ਦੇ ਮੈਂਬਰਾਂ ਦੀ ਪੁੱਛਿਆ ਗਿਆ ਜੀ। ਸੋ ਰਾਜ ਵਿਧਾਨ ਸਭਾ ਦੀ ਵੱਧ ਤੋਂ ਵੱਧ ਮੈਂਬਰਾਂ ਦੀ ਗਿਣਤੀ 500 ਹੋ ਸਕਦੀ ਹੈ। ਨੈਕਸਟ ਕੁਐਸਚਨ ਹੈ ਜੀ ਰਾਸ਼ਟਰਪਤੀ ਖਿਲਾਫ ਮਹਾਦੋਸ਼ ਦੀ ਕਾਰਵਾਈ ਕਿਹੜੇ ਸਦਨ ਦੇ ਵਿੱਚ ਸ਼ੁਰੂ ਕੀਤੀ ਜਾ ਸਕਦੀ ਹੈ? ਰਾਸ਼ਟਰਪਤੀ ਦੇ ਖਿਲਾਫ ਮਹਾਦੋਸ਼ ਦੀ ਕਾਰਵਾਈ ਕਿਹੜੇ ਸਦਨ ਦੇ ਵਿੱਚ ਸ਼ੁਰੂ ਕੀਤੀ ਜਾ ਸਕਦੀ ਹੈ? ਸੋ ਹੈ ਕਿਸੇ ਵੀ ਸਦਨ ਦੇ ਵਿੱਚ ਕੀਤੀ ਜਾ ਸਕਦੀ ਹੈ, ਚਾਹੇ ਉਹ ਲੋਕ ਸਭਾ ਹੋਵੇ ਤੇ ਚਾਹੇ ਉਹ ਰਾਜ ਸਭਾ ਹੋਵੇ। ਠੀਕ ਹੈ, ਇਹਨਾਂ ਦੋਨਾਂ ਦੇ ਵਿੱਚ ਜਿਹੜੀ ਆ ਉਹ ਸ਼ੁਰੂ ਕੀਤੀ ਜਾ ਸਕਦੀ ਹੈਗੀ। ਸੋ ਇੱਕ ਚੀਜ਼ ਹੋਰ ਧਿਆਨ 'ਚ ਰੱਖਣਾ ਕਿ ਜੇਕਰ ਰਾਸ਼ਟਰਪਤੀ ਦੇ ਵਿਰੁੱਧ ਮਹਾਦੋਸ਼ ਦਾ ਮੁਕੱਦਮਾ ਲਗਾਉਣਾ ਹੈ ਤਾਂ ਉਸ ਤੋਂ ਪਹਿਲਾਂ 14 ਦਿਨ ਪਹਿਲਾਂ ਜਿਹੜਾ ਹੈ ਨੋਟਿਸ ਦੇਣਾ ਪਊਗਾ, ਫਿਰ ਹੀ ਉਸ ਦੇ ਉੱਪਰ ਮੁਕੱਦਮਾ ਲਗਾਇਆ ਜਾ ਸਕਦਾ, ਨਹੀਂ ਲਗਾਇਆ ਜਾ ਸਕਦਾ। ਓਕੇ, ਸੋ ਇੱਕ ਚੀਜ਼ ਧਿਆਨ ਰੱਖਣਾ ਕਿ ਲੋਕ ਸਭਾ ਅਤੇ ਰਾਜ ਸਭਾ ਦੋਨਾਂ ਦੇ ਵਿੱਚ ਜਿਹੜਾ ਪੇਸ਼ ਕੀਤਾ ਜਾ ਸਕਦਾ ਹੈ, ਬਟ ਉਸ ਤੋਂ ਬਾਅਦ ਜਿਹੜਾ ਹੈ 2/3 ਬਹੁਮਤ ਮਿਲਣਾ ਜ਼ਰੂਰੀ ਹੈ ਜੇਕਰ ਰਾਸ਼ਟਰਪਤੀ ਨੂੰ ਹਟਾਉਣਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫਿਰ ਉਸ ਨੂੰ ਜਿਹੜਾ ਸਦਨ 'ਚੋਂ ਨਹੀਂ ਹਟਾਇਆ ਜਾ ਸਕਦਾ, ਯਾਨੀ ਕਿ ਰਾਸ਼ਟਰਪਤੀ ਦੇ ਆਉਂਦੇ ਤੋਂ ਨਹੀਂ ਹਟਾਇਆ ਜਾ ਸਕਦਾ। ਦੋਨਾਂ ਸਦਨਾਂ ਦੇ ਵਿੱਚ, ਇਹ ਨਹੀਂ ਕਿ ਇੱਕ ਦੇ ਵਿੱਚ, ਦੋਨਾਂ ਸਦਨਾਂ ਦੇ 2/3 ਮੈਂਬਰ ਜਿਹੜੇ ਨੇ ਉਹ ਸਹਿਮਤ ਹੋਣੇ ਚਾਹੀਦੇ ਨੇ ਉਸ ਦੇ ਨਾਲ। ਅਜਿਹਾ ਹਾਲੇ ਤੱਕ ਜਿਹੜਾ ਹੈ ਕਦੇ ਵੀ ਨਹੀਂ ਹੋ ਪਾਇਆ। ਨੈਕਸਟ ਹੈ ਕਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਆਪਣੀ ਉੱਚ ਅਦਾਲਤ ਹੈ? ਹਾਈ ਕੋਰਟ ਹੈਗੀ ਆ। ਸੋ ਯੂਨੀਅਨ ਟੈਰੀਟਰੀ ਇੱਕ ਹੈ ਜਿਸ ਦਾ ਨਾਮ ਹੈ ਦਿੱਲੀ। ਸੋ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਜਿਹੜਾ ਹੈ ਆਪਣੀ ਇੱਕ ਉੱਚ ਅਦਾਲਤ ਹੈਗੀ ਆ। ਨੈਕਸਟ ਕੁਐਸਚਨ ਹੈ ਅੰਤਰਰਾਜੀ ਕੌਂਸਲ, ਅੰਤਰਰਾਜੀ ਕੌਂਸਲ ਜਿਹੜੀ ਹੈ ਕੌਂਸਲ ਦੀ ਜਿਹੜੀ ਸਥਾਪਨਾ ਹੈ ਉਹ ਕੌਣ ਕਰ ਸਕਦਾ ਹੈ? ਜਿਹੜੀ ਰਾਜੀ ਕੌਂਸਲ ਹੁੰਦੀ ਹੈ ਇਹਦੀ ਸਥਾਪਨਾ ਕਿਸ ਦੇ ਦੁਆਰਾ ਕੀਤੀ ਜਾਂਦੀ ਹੈ? ਰਾਸ਼ਟਰਪਤੀ ਦੇ ਦੁਆਰਾ। ਸੋ ਰਾਸ਼ਟਰਪਤੀ ਇਸ ਦੇ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ। ਨੈਕਸਟ ਹੈ ਲੋਕ ਸਭਾ ਦੀ ਪਹਿਲੀ ਇਸਤਰੀ ਸਪੀਕਰ, ਲੋਕ ਸਭਾ ਦੀ ਪਹਿਲੀ ਇਸਤਰੀ ਸਪੀਕਰ। ਸੋ ਮੀਰਾ ਕੁਮਾਰ ਜਿਹੜੀ ਹੈ ਇਹ ਪਹਿਲੀ ਇਸਤਰੀ ਹੈ ਜੀ ਲੋਕ ਸਭਾ ਦੀ ਸਪੀਕਰ, ਜੋ ਕਿ SC ਕਾਸਟ ਦੇ ਵਿੱਚ ਆਉਂਦੀ ਹੈ। ਇਹ ਵੀ ਯਾਦ ਰੱਖਣਾ ਹੈ, ਠੀਕ ਹੈ, ਕਿ ਲੋਐਸਟ ਜਿਹੜੀ ਮੰਨੀ ਜਾਂਦੀ ਹੈ ਕਾਸਟ ਉਸ ਦੇ ਵਿੱਚੋਂ ਮੰਨੀ ਗਈ ਹੈ, ਪਹਿਲੀ ਇਸਤਰੀ ਹੈ ਅਤੇ ਪਹਿਲੀ ਹੀ ਜਿਹੜੇ ਕਹਿ ਸਕਦੇ ਹਾਂ ਇਸਤਰੀ ਦੇ ਵਿੱਚ ਅਤੇ ਪਹਿਲੀ ਹੀ ਜਿਹੜੀ ਲੋ ਬੈਕਵਰਡ ਕਲਾਸ ਦੇ ਵਿੱਚ ਆਉਂਦੀ ਹੈਗੀ। ਓਕੇ ਜੀ, ਇਸ ਤੋਂ ਇਲਾਵਾ ਦੂਸਰੀ ਔਰਤ ਸੀਗੀ ਸੁਸ਼ਮਤਾ ਸਵਰਾਜ ਜਿਹੜੀ ਕਿ ਲੋਕ ਸਭਾ ਦੀ ਸਪੀਕਰ ਬਣੀ ਸੀ, ਉਹ ਦੂਸਰੀ ਸੀਗੀ। ਨੈਕਸਟ ਹੈ ਜੀ
126 ਨੰਬਰ, ਭਾਰਤ ਦੀ ਪਹਿਲੀ ਮਰਦਮਸ਼ੁਮਾਰੀ ਕਿਹੜੇ ਗਵਰਨਰ ਜਨਰਲ ਦੇ ਸਮੇਂ ਕੀਤੀ ਗਈ? ਹਾਲਾਂਕਿ ਇਹ ਇਤਿਹਾਸ ਦਾ ਸਵਾਲ ਹੈ ਬਟ ਪੋਲੀਟੀਕਲ ਦੇ ਵਿੱਚ ਵੀ ਆਇਆ ਹੋਇਆ ਹੈ। ਸੋ ਲਾਰਡ ਮਾਇਓ, ਠੀਕ ਹੈ, ਲਾਰਡ ਮਾਇਓ। ਕਈ ਵਾਰ ਇਹਨੂੰ ਊੜੇ ਨਾਲ ਵੀ ਪਾ ਦਿੰਦੇ ਆ ਤੇ ਕਈ ਵਾਰ ਜਈਏ ਨਾਲ ਵੀ, ਠੀਕ ਹੈ, ਤੇ ਕਈ ਵਾਰ ਊੜਾ ਵੀ ਪਾਇਆ ਹੋ ਸਕਦਾ, ਕਿਤੇ ਇਹ ਨਾ ਸਮਝੋ ਕਿ ਹੋਰ ਮਾਇਓ ਹੈਗਾ। ਤਾਂ ਭਾਰਤ ਦੀ ਪਹਿਲੀ ਮਰਦਮਸ਼ੁਮਾਰੀ ਸ਼ੁਰੂ ਹੁੰਦੀ ਹੈਗੀ ਆ ਲਾਰਡ ਮਾਓ ਦੇ ਸਮੇਂ। ਨੈਕਸਟ ਕੁਐਸਚਨ ਹੈ, ਉੱਚ ਅਦਾਲਤਾਂ ਦੇ ਵਧੀਕ ਜੱਜ ਮਤਲਬ ਐਡੀਸ਼ਨਲ ਜਿਹੜੇ ਜੱਜ ਨੇ ਉਹਨਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ? ਸੋ ਜਿਹੜੇ ਐਡੀਸ਼ਨਲ ਵਾਧੂ ਜੱਜ ਹੁੰਦੇ ਨੇ ਉਹਨਾਂ ਦਾ ਕਾਰਜਕਾਲ ਹੁੰਦਾ ਹੈ ਜੀ 2 ਸਾਲਾਂ ਦਾ, 2 ਸਾਲਾਂ ਲਈ ਹੀ ਨਿਰਧਾਰਿਤ ਕੀਤੇ ਜਾਂਦੇ ਨੇ। ਨੈਕਸਟ ਕੁਐਸਚਨ ਹੈ, ਭਾਸ਼ਾ ਦੇ ਆਧਾਰ ਤੇ ਨਿਰਮਿਤ ਕੀਤਾ ਗਿਆ ਭਾਰਤ ਦਾ ਪਹਿਲਾ ਰਾਜ, ਜੋ ਕਿ 1956 ਦੇ ਐਕਟ ਦੇ ਅਧੀਨ ਬਣਾਇਆ ਗਿਆ ਸੀ। ਸੋ ਇਹ ਰਾਜ ਸੀਗਾ ਆਂਧਰਾ ਪ੍ਰਦੇਸ਼। ਆਂਧਰਾ ਪ੍ਰਦੇਸ਼ ਪਹਿਲਾ ਰਾਜ ਸੀਗਾ ਜਿਹੜਾ ਕਿ ਭਾਸ਼ਾ ਨੂੰ ਆਧਾਰ ਬਣਾ ਕੇ ਬਣਾਇਆ ਗਿਆ ਸੀ। ਨੈਕਸਟ ਕੁਐਸਚਨ ਹੈ 29 ਨੰਬਰ, ਜਨਹਿਤ ਜਾਚਕਾ ਦੀ ਧਾਰਨਾ, ਜਨਹਿਤ ਜਾਚਕਾ ਦੀ ਧਾਰਨਾ ਕਿਹੜੇ ਦੇਸ਼ ਦੇ ਵਿੱਚ ਆਰੰਭ ਹੋਈ ਹੈ? ਜਨਹਿਤ ਜਾਚਕਾ ਜਿਹੜੀ ਹੈ ਇਹ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਸ਼ੁਰੂ ਹੋਈ ਸੀਗੀ, ਬਾਅਦ ਦੇ ਵਿੱਚ ਭਾਰਤ ਦੇ ਵਿੱਚ ਆਈ ਸੀ। ਨੈਕਸਟ ਹੈ, ਜੇਕਰ ਕਿਸੇ ਵਿਅਕਤੀ ਨੂੰ ਗੈਰ ਕਾਨੂੰਨੀ ਤੌਰ ਤੇ ਕੈਦ ਕੀਤਾ ਜਾਵੇ, ਜੇਕਰ ਕਿਸੇ ਵਿਅਕਤੀ ਨੂੰ ਗੈਰ ਕਾਨੂੰਨੀ ਤੌਰ ਤੇ ਕੈਦ ਕੀਤਾ ਜਾਂਦਾ ਹੈ ਤਾਂ ਕਿਹੜੀ ਰਿਟ ਦੇ ਦਾਇਰ ਅਧੀਨ ਕੀਤਾ ਜਾਊਗਾ? ਤਾਂ ਇਹਦੇ ਅਧੀਨ ਹੈਬੀਅਸ ਰਿਟ ਹੈ ਉਹਦੇ ਅਧੀਨ ਇਹ ਮੰਨਿਆ ਜਾਊਗਾ ਕਿ ਗੈਰ ਕਾਨੂੰਨੀ ਦੀ ਤਰੀਕੇ ਦੇ ਨਾਲ ਜਿਹੜਾ ਹੈ ਉਸ ਨੂੰ ਕੈਦ ਕੀਤਾ ਗਿਆ ਹੈ। ਤਾਂ ਰਿਟ ਜਿਹੜੀਆਂ ਨੇ ਉਹ 5 ਤਰ੍ਹਾਂ ਦੀਆਂ ਨੇ ਜਿਸ ਦੇ ਲਈ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੇ ਹਾਂ। ਨੈਕਸਟ ਕੁਐਸਚਨ ਹੈ 31 ਨੰਬਰ, ਸੰਵਿਧਾਨ ਦੇ ਅਨੁਸਾਰ ਭਾਰਤੀ ਨਾਗਰਿਕ ਨੂੰ ਕਿੰਨੇ ਮੌਲਿਕ ਕਰਤੱਵ ਜਿਹੜੇ ਆ ਉਹ ਦਿੱਤੇ ਗਏ ਨੇ, ਯਾਨੀ ਕਿ ਪਾਲਣਾ ਕਰਨ ਦੇ ਲਈ ਕਿਹਾ ਗਿਆ ਹੈ? ਸੋ ਮੌਲਿਕ ਕਰਤੱਵ ਜਿਹੜੇ ਨੇ ਫੰਡਾਮੈਂਟਲ ਡਿਊਟੀਜ਼ ਨੇ ਜਿਹੜੀਆਂ ਉਹਨਾਂ ਦੀ ਸੰਖਿਆ 11 ਹੈ ਅਤੇ ਮੌਲਿਕ ਕਰਤੱਵ ਜਿਹੜੇ ਅਧਿਕਾਰ ਜਿਹੜੇ ਹੈਗੇ ਨੇ ਉਹ 6 ਨੇ। ਦੋਨਾਂ ਦੇ ਵਿੱਚ ਡਿਫਰੈਂਸ ਹੈ। ਮੌਲਿਕ ਕਰਤੱਵ ਅਸੀਂ ਰੂਸ ਤੋਂ ਲਏ ਹੈਗੇ ਨੇਗੇ, ਮੌਲਿਕ ਕਰਤੱਵ ਜਿਹੜੇ ਆ ਉਹ ਅਸੀਂ ਰੂਸ ਤੋਂ, ਸੋਵੀਅਤ ਯੂਨੀਅਨ ਤੋਂ ਲਏ ਹੋਏ ਨੇਗੇ, ਅਤੇ ਜਿਹੜੇ ਫੰਡਾਮੈਂਟਲ ਰਾਈਟਸ ਨੇ ਜਿਹੜੇ ਅਧਿਕਾਰ ਨੇਗੇ ਉਹ ਅਸੀਂ ਯੂਨਾਈਟਿਡ ਸਟੇਟ ਤੋਂ ਲਏ ਹੈਗੇ ਨੇਗੇ, ਯਾਨੀ ਕਿ ਅਮਰੀਕਾ ਤੋਂ ਲਏ ਹੈਗੇ ਨੇਗੇ। ਓਕੇ, ਇਹ 6 ਹੈਗੇ ਨੇ ਵਰਤਮਾਨ ਸਮੇਂ। ਨੈਕਸਟ ਹੈ, ਭਾਰਤ ਦਾ ਉਪ ਰਾਸ਼ਟਰਪਤੀ ਰਾਸ਼ਟਰਪਤੀ ਦੀ ਗੈਰ ਹਾਜ਼ਰੀ ਦੇ ਵਿੱਚ ਬਤੌਰ ਰਾਸ਼ਟਰਪਤੀ ਕੰਮ ਕਰਦਾ ਹੈ ਤਾਂ ਉਸਨੂੰ ਕਿਹੜੇ ਅਹੁਦੇ ਦੀ ਤਨਖਾਹ ਮਿਲਦੀ ਹੈ? ਧਿਆਨ ਰੱਖਣਾ, ਵੈਰੀ ਵੈਰੀ ਇੰਪੋਰਟੈਂਟ ਹੈ। ਤਾਂ ਉਸਨੂੰ ਰਾਸ਼ਟਰਪਤੀ ਦੀਆਂ ਸਾਰੀਆਂ ਸ਼ਕਤੀਆਂ ਪ੍ਰਾਪਤ ਹੋਣਗੀਆਂ, ਰਾਸ਼ਟਰਪਤੀ ਦੀ ਤਰ੍ਹਾਂ ਹੀ ਉਹ ਫੈਸਲੇ ਲੈ ਸਕਦਾ ਹੈ ਅਤੇ ਉਸਨੂੰ ਰਾਸ਼ਟਰਪਤੀ ਦੀ ਹੀ ਤਨਖਾਹ ਦਿੱਤੀ ਜਾਊਗੀ ਜਦੋਂ ਭਾਰਤ ਦਾ ਵਾਈਸ ਪ੍ਰੈਜ਼ੀਡੈਂਟ ਰਾਸ਼ਟਰਪਤੀ ਯਾਨੀ ਕਿ ਪ੍ਰੈਜ਼ੀਡੈਂਟ ਦੇ ਅਹੁਦੇ ਦੇ ਉੱਪਰ ਵਿਰਾਜਮਾਨ ਹੁੰਦਾ ਹੈ। ਨੈਕਸਟ ਕੁਐਸਚਨ ਹੈ, ਕਿਹੜੀ ਸੰਵਿਧਾਨਕ ਸੋਧ ਦੁਆਰਾ ਵੋਟ ਪਾਉਣ ਦਾ ਅਧਿਕਾਰ ਜਿਹੜਾ ਹੈ ਉਹ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਜਾਂ ਵਿਅਕਤੀਆਂ ਨੂੰ ਜਿਹੜਾ ਹੈ ਉਹ ਦਿੱਤਾ ਗਿਆ ਹੈ, ਠੀਕ ਹੈ, 18 ਸਾਲ ਦੇ ਵਿਅਕਤੀਆਂ ਨੂੰ ਦਿੱਤਾ ਗਿਆ ਹੈ। ਸੋ ਇਹ ਦਿੱਤਾ ਗਿਆ ਹੈ ਜੀ 61ਵੀਂ ਸੋਧ। 61ਵੀਂ ਸੋਧ ਜਿਹੜੀ ਹੈ, ਇਸ ਸੋਧ ਦੇ ਰਾਹੀਂ ਵੋਟ ਪਾਉਣ ਦੇ ਅਧਿਕਾਰ ਦੀ ਜਿਹੜੀ ਉਮਰ ਸੀ ਉਹ 21 ਸਾਲ ਤੋਂ ਘਟਾ ਕੇ ਜਿਹੜਾ ਹੈ 18 ਸਾਲ ਕਰ ਦਿੱਤੀ ਗਈ ਸੀਗੀ 61ਵੀਂ ਸੋਧ ਦੇ ਰਾਹੀਂ। ਕਿਹੜੇ ਸਾਲ ਵੋਟ ਪਾਉਣ ਦੀ ਉਮਰ ਜਿਹੜੀ ਹੈ 21 ਸਾਲ ਤੋਂ 18 ਸਾਲ ਕੀਤੀ? ਸੋਧ 61ਵੀਂ ਹੈ ਤੇ ਸਾਲ ਕਿਹੜਾ ਸੀ? ਇਹ ਵੀ ਦੋਨੋਂ ਕੁਐਸਚਨ ਐਡ ਨੇਗੇ। ਤਾਂ 1999 ਦੇ ਵਿੱਚ ਜਿਹੜੀ ਹੈ ਇਹ ਐਲੀਜੀਬਿਲਟੀ ਹੋਈ ਹੈ ਕਿ 21 ਸਾਲ ਤੋਂ ਘਟਾ ਕੇ 18 ਸਾਲ ਉਮਰ ਜਿਹੜੀ ਹੈ ਉਹ ਨਿਸ਼ਚਿਤ ਕਰ ਦਿੱਤੀ ਗਈ ਸੀ। ਨੈਕਸਟ ਕੁਐਸਚਨ ਹੈ, ਰਾਸ਼ਟਰਪਤੀ ਲੋਕ ਸਭਾ ਲਈ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ ਹੈ? ਰਾਸ਼ਟਰਪਤੀ ਲੋਕ ਸਭਾ ਲਈ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ ਹੈ? ਤਾਂ 2 ਐਂਗਲੋ ਇੰਡੀਅਨ ਜਿਹੜੇ ਹੈ ਉਹਨਾਂ ਨੂੰ ਨਾਮਜ਼ਦ ਕਰ ਸਕਦਾ ਹੈ। ਬਟ ਇੱਕ ਮੋਸਟ ਇੰਪੋਰਟੈਂਟ ਗੱਲ ਇਹ ਹੈ ਕਿ ਇਹ ਜਿਹੜੇ ਮੈਂਬਰ ਸੀਗੇ ਇਹ ਹੁਣ ਨਹੀਂ ਚੁਣੇ ਜਾਂਦੇ ਰਾਸ਼ਟਰਪਤੀ ਦੇ ਦੁਆਰਾ, ਠੀਕ ਹੈ। ਸੋ ਇਸ ਕਰਕੇ ਇਹ ਸੰਭਾਵਨਾ ਹੋ ਸਕਦੀ ਹੈ ਕਿ ਕੁਐਸਚਨ ਤੁਹਾਨੂੰ ਨਾ ਪੁੱਛਿਆ ਜਾਵੇ, ਬਟ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਰਾਸ਼ਟਰਪਤੀ ਕਿਹੜੇ 2 ਮੈਂਬਰਾਂ ਦੀ ਨਿਯੁਕਤੀ ਹੁਣ ਨਹੀਂ ਕਰ ਸਕਦਾ? ਤਾਂ ਐਂਗਲੋ ਇੰਡੀਅਨ ਜਿਹੜੇ ਮੈਂਬਰ ਨੇ ਉਹਨਾਂ ਦੀ ਨਿਯੁਕਤੀ ਲੋਕ ਸਭਾ ਦੇ ਵਿੱਚ ਉਹ ਨਹੀਂ ਕਰ ਸਕਦਾ। ਇਹ ਇੰਪੋਰਟੈਂਟ ਹੈ, ਠੀਕ ਹੈ, ਜੋ ਕਿ 2021 ਦੇ ਵਿੱਚ ਖਤਮ ਕੀਤੀ ਗਈ ਹੈ। 2020 ਦੇ ਵਿੱਚ ਜਿਹੜਾ 104 ਨੰਬਰ ਸੋਧ ਦੇ ਰਾਹੀਂ ਖਤਮ ਕੀਤੀ ਹੈ। 104 ਨੰਬਰ ਸੋਧ ਦੇ ਵਿੱਚ ਇਸ ਨੂੰ ਖਤਮ ਕਰ ਦਿੱਤਾ ਸੀ ਕਿ ਰਾਸ਼ਟਰਪਤੀ ਜਿਹੜਾ ਹੈ ਉਹ ਲੋਕ ਸਭਾ ਦੇ ਮੈਂਬਰਾਂ ਨੂੰ ਨਿਯੁਕਤ ਨਹੀਂ ਕਰ ਸਕਦਾ ਜਿਹੜੇ ਕਿ 2 ਐਂਗਲੋ ਇੰਡੀਅਨ ਮੈਂਬਰ ਸੀਗੇ। ਨੈਕਸਟ ਹੈ, ਰਾਸ਼ਟਰਪਤੀ ਰਾਜ ਸਭਾ ਦੇ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ ਹੈ? ਤਾਂ ਰਾਸ਼ਟਰਪਤੀ ਜਿਹੜਾ ਹੈ ਰਾਜ ਸਭਾ ਦੇ 12 ਮੈਂਬਰਾਂ ਨੂੰ ਨਾਮਜ਼ਦ ਕਰ ਸਕਦਾ ਹੈ। ਵਰਤਮਾਨ ਸਮੇਂ ਵੀ ਜਿਹੜਾ ਹੈ ਐਲੀਜੀਬਿਲਟੀ ਹੈਗੀ ਆ। ਸੋ ਜਿਹੜੇ ਵਿਅਕਤੀ ਸਾਇੰਸ ਦੇ ਨਾਲ ਸੰਬੰਧਿਤ, ਸਾਹਿਤ ਦੇ ਨਾਲ ਸੰਬੰਧਿਤ, ਕਿਸੇ ਗੇਮ ਦੇ ਨਾਲ ਸੰਬੰਧਿਤ ਹੋਣ, ਸੋ ਉਹਨਾਂ ਨੂੰ ਜਿਹੜਾ ਹੈ ਰਾਸ਼ਟਰਪਤੀ ਆਪਣੀ ਮਰਜ਼ੀ ਦੇ ਨਾਲ ਰਾਜ ਸਭਾ ਦਾ ਮੈਂਬਰ ਬਣਾ ਸਕਦਾ ਹੈ। ਨੈਕਸਟ ਹੈ, ਹੁਣ ਤੱਕ ਭਾਰਤੀ ਸੰਵਿਧਾਨ ਨੂੰ ਕਿੰਨੀ ਵਾਰ ਸੋਧਿਆ ਜਾ ਚੁੱਕਿਆ ਹੈ? ਹੁਣ ਤੱਕ ਭਾਰਤੀ ਸੰਵਿਧਾਨ ਨੂੰ ਕਿੰਨੀ ਵਾਰ ਸੋਧਿਆ ਜਾ ਚੁੱਕਿਆ ਹੈ? ਤਾਂ ਯਾਨੀ ਕਿ ਹੁਣ ਤੱਕ ਜਿਹੜੀਆਂ ਨੇ 105 ਸੋਧਾਂ ਇਸ ਦੇ ਵਿੱਚ ਹੋ ਚੁੱਕੀਆਂ ਹੈਗੀਆਂ ਨੇ। ਲਾਸਟ ਸੋਧ ਜਿਹੜੀ ਹੈ ਜੂਨ 2021 ਦੇ ਵਿੱਚ ਹੋਈ ਹੈ। ਨੈਕਸਟ ਕੁਐਸਚਨ ਹੈ ਜੀ, ਦੇਸ਼ ਦੀ ਸੁਰੱਖਿਆ ਦਾ
ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋਣ ਤੇ ਰਾਸ਼ਟਰੀ ਆਪਤਕਾਲੀਨ, ਜਿਹਨੂੰ ਐਮਰਜੈਂਸੀ ਕਿਹਾ ਜਾਂਦਾ ਹੈ, ਕਿਹੜੀ ਧਾਰਾ ਦੇ ਤਹਿਤ ਐਲਾਨੀ ਜਾਂਦੀ ਹੈ? ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋਣ ਤੇ ਰਾਸ਼ਟਰੀ ਆਪਤਕਾਲੀਨ ਜਿਹੜੇ ਹੈ, ਐਮਰਜੈਂਸੀ ਜਿਹੜੀ ਹੈ, ਉਹ ਕਿਹੜੇ ਧਾਰਾ ਦੇ ਅਧੀਨ ਹੈ? ਤਾਂ 352 ਦੇ ਅਧੀਨ ਹੈ, ਜਿਹਨੂੰ ਨੈਸ਼ਨਲ ਐਮਰਜੈਂਸੀ ਕਿਹਾ ਜਾਂਦਾ ਹੈ, ਜਿਸ ਨੂੰ ਨੈਸ਼ਨਲ ਐਮਰਜੈਂਸੀ ਕਿਹਾ ਜਾਂਦਾ ਹੈ। ਅਤੇ 356 ਦੇ ਵਿੱਚ ਜਿਹੜਾ ਹੈ ਅੰਦਰੂਨੀ ਸੰਕਟ ਆ ਜਾਂਦਾ ਹੈਗਾ ਗਾ, ਓਕੇ। ਅਤੇ 360 ਦੇ ਵਿੱਚ ਜਿਹੜਾ ਹੈ ਉਹ ਵਿੱਤੀ ਸੰਕਟ ਆ ਜਾਂਦਾ, ਜੋ ਕਿ ਅੱਜ ਤੱਕ ਲਾਗੂ ਨਹੀਂ ਹੋਇਆ। ਨੈਕਸਟ ਕੁਐਸਚਨ ਹੈ, ਕਿਹੜੀ ਸੰਵਿਧਾਨਕ ਸੋਧ ਦੁਆਰਾ ਦਿੱਲੀ ਨੂੰ ਰਾਸ਼ਟਰੀ ਰਾਜਧਾਨੀ ਘੋਸ਼ਿਤ ਕੀਤਾ ਗਿਆ ਹੈ? ਕਿਹੜੀ ਸੰਵਿਧਾਨਕ ਸੋਧ ਰਾਹੀਂ ਦਿੱਲੀ ਨੂੰ ਰਾਸ਼ਟਰੀ ਰਾਜਧਾਨੀ ਘੋਸ਼ਿਤ ਕੀਤਾ ਗਿਆ ਹੈ? ਤਾਂ 69ਵੀਂ ਜਿਹੜੀ ਸੋਧ ਸੀਗੀ, 69 ਨੰਬਰ ਜਿਹੜੀ ਸੋਧ ਸੀਗੀ, ਇਸ ਸੋਧ ਦੇ ਵਿੱਚ ਦਿੱਲੀ ਨੂੰ ਰਾਸ਼ਟਰੀ ਨੈਸ਼ਨਲ ਕੈਪੀਟਲ ਕਿਹਾ ਗਿਆ ਹੈ ਇੰਡੀਆ ਦੀ। ਨੈਕਸਟ ਕੁਐਸਚਨ ਹੈ ਜੀ, ਕਿਸ ਰਾਜ ਦੇ ਵਿੱਚ 3 ਪੱਧਰੀ ਪੰਚਾਇਤੀ ਰਾਜ ਪ੍ਰਣਾਲੀ ਘੋਸ਼ਿਤ ਕਰਨ ਦੇ ਲਈ ਰਾਜ ਦੀ ਜਨਸੰਖਿਆ ਘੱਟੋ ਘੱਟ ਕਿੰਨੀ ਹੋਣੀ ਚਾਹੀਦੀ ਹੈ? ਕਿਸੇ ਵੀ ਰਾਜ ਦੇ ਵਿੱਚ ਜੇਕਰ 3 ਪੱਧਰੀ ਪੰਚਾਇਤੀ ਰਾਜ ਇਸਟੈਬਲਿਸ਼ ਕਰਨਾ ਹੈ ਤਾਂ ਉਹਦੇ ਲਈ ਕਿੰਨੀ ਪੋਪੂਲੇਸ਼ਨ ਜਿਹੜੀ ਹੈ ਰਾਜ ਦੀ ਉਹ ਘੱਟੋ ਘੱਟ ਹੋਣੀ ਚਾਹੀਦੀ ਹੈ? ਸੋ ਹੈ 20 ਲੱਖ। 20 ਲੱਖ ਪੋਪੂਲੇਸ਼ਨ ਹੋਣੀ ਜਿਹੜੀ ਹੈ ਉਹ ਜ਼ਰੂਰੀ ਹੈਗੀ ਹੈ। ਸੌਰੀ, ਓਕੇ। ਸੋ ਨੈਕਸਟ ਹੈ ਜੀ, ਕ੍ਰਿਪਸ ਮਿਸ਼ਨ। ਕ੍ਰਿਪਸ ਮਿਸ਼ਨ ਜਿਹੜਾ ਹੈ ਉਹ ਭਾਰਤ ਕਦੋਂ ਆਇਆ, ਜਾਂ ਕ੍ਰਿਪਸ ਮਿਸ਼ਨ ਕਦੋਂ ਭਾਰਤ ਆਇਆ? ਸੋ ਇਹ ਬਹੁਤ ਇੰਪੋਰਟੈਂਟ ਹੈ ਬਈ। ਕ੍ਰਿਪਸ ਮਿਸ਼ਨ ਜਿਹੜਾ ਹੈ ਉਹ ਮਾਰਚ 1942 ਦੇ ਵਿੱਚ ਭਾਰਤ ਦੇ ਵਿੱਚ ਆਇਆ ਸੀਗਾ। ਕ੍ਰਿਪਸ ਮਿਸ਼ਨ ਭਾਰਤ ਦੇ ਵਿੱਚ ਮਾਰਚ 1942 ਦੇ ਵਿੱਚ ਆਇਆ। ਕ੍ਰਿਪਸ ਮਿਸ਼ਨ ਦਾ ਮੁਖੀ ਕੌਣ ਸੀਗਾ, ਹੈੱਡ ਕੌਣ ਸੀਗਾ, ਇਹ ਕੁਐਸਚਨ ਵੀ ਬਣਦਾ ਹੈ। ਤਾਂ ਸਟੈਫੋਰਡ ਕ੍ਰਿਪਸ ਜਿਹੜਾ ਹੈ ਉਹ ਇਸ ਦਾ ਮੁਖੀ ਸੀਗਾ, ਚੇਅਰਮੈਨ ਸੀਗਾ ਜੀ ਕ੍ਰਿਪਸ ਮਿਸ਼ਨ ਦਾ। ਉਸੇ ਦੇ ਆਧਾਰ ਦੇ ਉੱਪਰ ਹੀ ਇਸ ਦਾ ਨਾਮ ਕ੍ਰਿਪਸ ਮਿਸ਼ਨ ਪਿਆ ਸੀਗਾ। ਅਗਲਾ ਕੁਐਸਚਨ ਇਸੇ ਦੇ ਨਾਲ ਰਿਲੇਟਡ ਹੈ, ਕ੍ਰਿਪਸ ਮਿਸ਼ਨ ਜਿਹੜਾ ਹੈ ਇਸ ਦਾ ਮੁੱਖ ਮਕਸਦ ਜਾਂ ਆਬਜੈਕਟਿਵ ਕੀ ਸੀਗਾ? ਸੋ ਇਸ ਦਾ ਮੁੱਖ ਮਹੱਤਵ ਸੀਗਾ ਵਿਸ਼ਵ ਯੁੱਧ ਦੇ ਵਿੱਚ ਭਾਰਤੀਆਂ ਦਾ ਸਹਿਯੋਗ ਲੈਣਾ। ਵਿਸ਼ਵ ਦੇ ਵਿੱਚ ਭਾਰਤੀਆਂ ਦਾ ਸਹਿਯੋਗ ਲੈਣਾ ਕਿਸ ਨੂੰ ਲੈ ਕੇ? ਵਰਲਡ ਵਾਰ ਨੂੰ ਲੈ ਕੇ, ਕਿਉਂਕਿ ਸੈਕੰਡ ਵਰਲਡ ਵਾਰ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਸੀ, ਹੈ ਨਾ। ਸੋ ਉਸ ਦੇ ਵਿੱਚ ਸਹਾਇਤਾ ਲਿੱਤੀ ਗਈ ਸੀ ਜਾਂ ਸਹਿਯੋਗ ਲਾਉਣਾ ਚਾਹੁੰਦੇ ਸੀਗੇ ਆਰਮੀ ਦੇ ਪੱਖੋਂ ਭਾਰਤ ਦਾ। ਨੈਕਸਟ ਹੈ, ਮਹਾਤਮਾ ਗਾਂਧੀ ਨੇ ਕ੍ਰਿਪਸ ਮਿਸ਼ਨ ਦੁਆਰਾ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਕੀ ਨਾਮ ਦਿੱਤਾ? ਮਹਾਤਮਾ ਗਾਂਧੀ ਦੇ ਦੁਆਰਾ ਕ੍ਰਿਪਸ ਮਿਸ਼ਨ ਦੁਆਰਾ ਜੋ ਸਹੂਲਤਾਂ ਦਿੱਤੀਆਂ ਜਾ ਰਹੀਆਂ ਸੀ ਉਸ ਨੂੰ ਕੀ ਨਾਮ ਦਿੱਤਾ ਸੀ? ਉਸ ਨੂੰ ਦਿੱਤਾ ਸੀ ਪੋਸਟ ਡੇਟਡ ਚੈੱਕ ਜਿਹੜਾ ਹੈ ਉਸ ਨੂੰ ਨਾਮ ਦਿੱਤਾ ਸੀ ਮਹਾਤਮਾ ਗਾਂਧੀ ਨੇ। ਨੈਕਸਟ ਕੁਐਸਚਨ ਹੈ, ਕੈਬਨਿਟ ਮਿਸ਼ਨ ਕਦੋਂ ਭਾਰਤ ਆਇਆ? ਸੋ ਇੱਕ ਕ੍ਰਿਪਸ ਮਿਸ਼ਨ ਹੈ, ਇੱਕ ਹੈ ਕੈਬਨਿਟ ਮਿਸ਼ਨ। ਸੋ ਕੈਬਨਿਟ ਮਿਸ਼ਨ ਜਿਹੜਾ ਹੈ ਭਾਰਤ ਦੇ ਵਿੱਚ ਆਇਆ ਸੀ ਫਰਵਰੀ 1946 ਦੇ ਵਿੱਚ, ਜਿਸ ਦਾ ਮੇਨ ਮੋਟਿਵ ਸੀਗਾ ਭਾਰਤ ਦੇ ਲਈ ਸੰਵਿਧਾਨ ਦਾ ਨਿਰਮਾਣ ਕਰਨਾ। ਨੈਕਸਟ ਕੁਐਸਚਨ ਹੈ ਜੀ, ਸੰਵਿਧਾਨ ਸਭਾ ਦੇ ਗਠਨ ਕਿਸ ਦੇ ਸੁਝਾਅ 'ਤੇ ਕੀਤੇ ਗਏ? ਸੰਵਿਧਾਨ ਸਭਾ ਦਾ ਗਠਨ ਜਿਹੜਾ ਹੈ ਉਹ ਕਿਸ ਦੇ ਸੁਝਾਅ 'ਤੇ ਕੀਤਾ ਗਿਆ? ਸੋ ਕੈਬਨਿਟ ਮਿਸ਼ਨ ਜਿਹੜਾ 1946 ਦੇ ਵਿੱਚ ਆਇਆ ਸੀ, ਉਸ ਦੇ ਸੁਝਾਅ ਦੇ ਉੱਪਰ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ ਸੀ। ਸੰਵਿਧਾਨ ਸਭਾ ਦੇ ਕਿੰਨੇ ਮੈਂਬਰ ਸਨ? ਅਸੈਂਬਲੀ ਸੀਗੀ ਜਿਹੜੀ ਕੌਂਸਟੀਟਿਊਸ਼ਨ ਅਸੈਂਬਲੀ, ਉਹਦੇ 399 ਮੈਂਬਰ ਸੀ, ਅਤੇ ਸੰਵਿਧਾਨ ਜਦੋਂ ਪਾਸ ਹੋ ਗਿਆ ਸੀ ਤਾਂ ਉਹਦੇ ਉੱਪਰ 284 ਵਿਅਕਤੀਆਂ ਦੇ ਸਾਈਨ ਹੋਏ ਸੀਗੇ, ਓਕੇ। ਇਹ ਵੀ ਯਾਦ ਰੱਖਣਾ ਹੈ। ਨੈਕਸਟ ਹੈ ਜੀ, ਕਿੰਨੇ ਮੈਂਬਰ ਰਾਜ ਵਿਧਾਨ ਸਭਾ ਦੁਆਰਾ ਭੇਜੇ ਜਾਂਦੇ ਹੈਗੇ ਨੇ? ਕਿੰਨੇ ਮੈਂਬਰ ਰਾਜ ਵਿਧਾਨ ਸਭਾ ਦੁਆਰਾ ਭੇਜੇ ਗਏ ਸਨ? ਕਿਸ ਦੇ ਵਿੱਚ ਜੀ? ਸੰਵਿਧਾਨ ਸਭਾ ਦੇ ਵਿੱਚ। ਸੋ 292 ਮੈਂਬਰ ਸੀਗੇ ਜਿਹੜੇ ਉਹ ਰਾਜ ਵਿਧਾਨ ਸਭਾ ਦੇ ਵਿੱਚੋਂ ਭੇਜੇ ਗਏ ਸੀਗੇ, ਜਿਹੜੇ ਕਿ 399 ਦੇ ਵਿੱਚ ਐਡ ਸੀਗੇ। ਚੀਫ ਕਮਿਸ਼ਨਰ ਦੇ ਖੇਤਰਾਂ ਦੇ ਵਿੱਚੋਂ ਕਿੰਨੇ ਮੈਂਬਰ ਭੇਜੇ ਗਏ ਸੀਗੇ? ਸੰਵਿਧਾਨ ਸਭਾ ਦੇ ਵਿੱਚ ਹੀ। ਸੋ ਇਸ ਦੇ ਵਿੱਚ ਭੇਜੇ ਗਏ ਸੀ 4 ਮੈਂਬਰ ਚੀਫ ਕਮਿਸ਼ਨਰ ਦੇ ਖੇਤਰਾਂ ਦੇ ਵਿੱਚੋਂ। ਨੈਕਸਟ ਕੁਐਸਚਨ ਹੈ ਲਾਸਟ ਜੀ, ਕਲੇਮੈਂਟ ਐਟਲੀ ਕੌਣ ਸੀਗਾ ਜੀ? ਕਲੇਮੈਂਟ ਐਟਲੀ ਕੌਣ ਸੀਗਾ? ਸੋ ਇਹ ਸੀਗਾ ਜੀ ਬ੍ਰਿਟਿਸ਼ ਪ੍ਰਧਾਨ ਮੰਤਰੀ, ਠੀਕ ਹੈ। ਸੋ ਇਹ ਕਲੇਮੈਂਟ ਐਟਲੀ ਜਿਹੜਾ ਹੈ ਬ੍ਰਿਟਿਸ਼ ਪ੍ਰਧਾਨ ਮੰਤਰੀ ਸੀਗਾ, ਇਹ ਵੀ ਯਾਦ ਰੱਖਣਾ ਹੈ, ਠੀਕ ਹੈ ਜੀ। ਸੋ ਇਹ ਸੀ ਸਾਡੇ ਅੱਜ ਦੇ MCQ। ਸੋ ਉਮੀਦ ਕਰਦਾ ਹਾਂ ਕਿ ਸੈਸ਼ਨ ਸਾਰਿਆਂ ਦੇ ਲਈ ਹੈਲਪਫੁਲ ਰਿਹਾ ਹੋਊਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮੱਚ।